ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਚਵਰ ਤਖਤ ਛਤਰ ਦੇ ਮਾਲਿਕ ਵਲੀ ਕੁਲ ਆਲਮ ਪੈਗੰਬਰ ਕਾਇਨਾਤ ਸ੍ਰਿਸ਼ਟੀ ਏ ਰਹਿਬਰ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਹਜੂਰ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ ਜੀ। ਦੋਵੇਂ ਹੱਥ ਜੋੜ ਗੁਰੂ ਸਾਹਿਬ ਜੀਆਂ ਨੂੰ ਸੀਸ ਨਿਵਾਉਂਦੇ ਹੋਏ ਬੜੇ ਪਿਆਰ ਦੇ ਨਾਲ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓਡੀਨਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ, ਉਸ ਪਾਵਨ ਇਤਿਹਾਸ ਦੀ ਕਥਾ ਵਿਚਾਰ ਆਪਾਂ ਕੁਝ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ। ਜਹਾਂਗੀਰ ਨੇ ਵਜ਼ੀਰ ਖਾਂ ਔਰ ਕਿੰਚ ਬੇਗ ਨੂੰ ਭੇਜਿਆ ਹੈ, ਪਤਾ ਕਰੋ ਗੁਰੂ ਸਾਹਿਬ ਜੀ ਬਗਾਵਤ ਕਰਨੀ ਚਾਹੁੰਦੇ ਨੇ। ਜੇ ਕੋਈ ਏਦਾਂ ਦੀ ਗੱਲ ਨਹੀਂ ਹੈ ਤਾਂ ਉਹਨਾਂ ਨੂੰ ਦਿੱਲੀ ਆਉਣ ਦਾ ਸੱਦਾ ਦਿਓ, ਅਸੀਂ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ। ਮਹਾਰਾਜ ਜੀਆਂ ਨੇ ਸਾਰੀ ਸੰਗਤ ਦੇ ਨਾਲ, ਮਸੰਦਾਂ ਦੇ ਨਾਲ, ਗੁਰਸਿੱਖਾਂ ਦੇ ਨਾਲ, ਮਾਤਾ ਗੰਗਾ ਜੀ ਦੇ ਨਾਲ ਮਸ਼ਵਰਾ ਕੀਤਾ ਹੈ। ਮਸੰਦਾਂ ਨੇ ਤੇ ਇਹ ਸਲਾਹ ਦਿੱਤੀ ਹੈ, ਸਤਿਗੁਰੂ ਪੰਚਮ ਪਾਤਸ਼ਾਹ ਜੀ ਵੀ ਹਾਕਮਾਂ ਦੇ ਸੱਦੇ ਤੇ ਗਏ ਸਨ, ਫਿਰ ਉਹ ਸਰੀਰ ਕਰਕੇ ਵਾਪਸ ਨਹੀਂ ਆਏ, ਜੋਤੀ ਜੋਤ ਸਮਾ ਗਏ, ਨਹੀਂ ਜਾਣਾ ਚਾਹੀਦਾ। ਮਾਂ ਗੰਗਾ ਜੀ ਵੀ ਸਹਿਮੇ ਹੋਏ ਨੇ। ਪਹਿਲੇ ਪਤੀ ਪਰਮੇਸ਼ਵਰ ਗੁਰੂ ਅਰਜਨ ਦੇਵ ਜੀ ਮਹਾਰਾਜ, ਹੁਣ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਇਆ ਹੈ। ਨਾ ਜਾਣੇ ਸਰਕਾਰੀ ਦਰਬਾਰੇ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਸਾਰਿਆਂ ਦੀ ਬਹੁਤੀ ਸਲਾਹ ਤੇ ਇਹ ਸੀ ਕਿ ਗੁਰੂ ਸਾਹਿਬ ਦਿੱਲੀ ਨਾ ਜਾਣ। ਆਖਰ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਬਚਨ ਕੀਤੇ ਕਿ ਜਿਸ ਦਿਨ ਪੰਚਮ ਪਾਤਸ਼ਾਹ ਦੀ ਸ਼ਹੀਦੀ ਦੀ ਖਬਰ ਮਿਲੀ ਸੀ ਛੇਵੇਂ ਪਾਤਸ਼ਾਹ ਨੂੰ, ਇਹ ਸਾਰੀ ਖਬਰ ਮਿਲੀ ਸੀ ਚੰਦੂ ਨੇ ਕਿਵੇਂ ਕਿਵੇਂ ਤਸੀਹੇ ਦਿੱਤੇ ਉਹਨਾਂ ਨੂੰ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਚਨ ਕੀਤਾ ਸੀ,
ਚੰਦੂ ਨੂੰ ਉਹਦੇ ਕਰਮਾਂ ਦਾ ਫਲ ਜ਼ਰੂਰ ਦੇਵਾਂਗੇ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਇਹ ਤੇ ਸੋਹਣਾ ਸਮਾਂ ਬਣਿਆ ਹੈ, ਚੰਦੂ ਨੂੰ ਉਹਦੇ ਕੀਤੇ ਦਾ ਫਲ ਦੇਣ ਦਾ ਸਬੱਬ ਰਲ ਗਿਆ ਹੈ। ਗੁਰੂ ਸਾਹਿਬ ਜੀ ਨੂੰ ਜਾਣਾ ਚਾਹੀਦਾ ਹੈ। ਬਾਕੀ ਉਹ ਵਾਹਿਗੁਰੂ ਭਲਾ ਕਰੇਗਾ। ਗੁਰੂ ਮਹਾਰਾਜ ਜੀ ਦੀ ਇੱਛਾ ਅਨੁਸਾਰ ਸਭ ਕੁਝ ਹੋਵੇਗਾ। ਬਾਦਸ਼ਾਹ ਗੁਰੂ ਪਾਤਸ਼ਾਹ ਜੀ ਦੀ ਹਵਾ ਵੱਲ ਵੀ ਨਹੀਂ ਵੇਖ ਸਕਦਾ। ਅੰਮ੍ਰਿਤਸਰ ਸਾਹਿਬ ਸੁੱਖਾਂ ਦੇ ਨਾਲ ਵਸੇਗਾ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕਹਿ ਦਿੱਤੇ ਨੇ, ਸਾਰਿਆਂ ਦੇ ਦਿਲ ਨੂੰ ਤਰਵਾਸ ਮਿਲਿਆ ਹੈ। ਮਾਂ ਗੰਗਾ ਜੀ ਵੀ ਸਹਿਮਤ ਹੋ ਗਏ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਬਾਬਾ ਜੀ ਦੇ ਬਚਨ ਸਦਾ ਅਟਲ ਹੁੰਦੇ ਨੇ। ਇਹ ਕਹਿ ਰਹੇ ਨੇ ਤੇ ਸਦਾ ਸੁਖਦ ਸਮਾਂ ਹੀ ਗੁਜ਼ਰੇਗਾ। ਇਸ ਤਰ੍ਹਾਂ ਸਾਰਿਆਂ ਨੇ ਸਮੇਤ ਗੁਰੂ ਸਾਹਿਬਾਨ ਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਪੂਰਨ ਅਟਲ ਠਹਿਰਾਇਆ ਹੈ। ਆਓ ਇਸ ਤੋਂ ਅਗਲੀ ਵਿਚਾਰ ਬੜੇ ਪਿਆਰ ਦੇ ਨਾਲ ਸ਼ਰਵਨ ਕਰੋ ਜੀ। ਇੱਕ ਦਫਾ ਪ੍ਰੇਮ ਸਹਿਤ ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹੋਨਹਾਰ ਸੋ ਕਰਹਿ ਉਚਾਰੀ, ਜੋ ਉਚਰਹਿ ਸੋ ਹੋਵਨਹਾਰੀ। ਸੋ ਕਹਿੰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਵੀ ਇਹ ਬਚਨ ਕਹੇ ਨੇ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਸਦਾ ਹੀ ਜੋ ਬਚਨ ਕਹਿੰਦੇ ਨੇ ਉਹ ਅਟਲ ਹੁੰਦੇ ਹਨ ਜੀ। ਸੁਨ ਗੁਰ ਤੇ ਗੁਰਦਾਸ ਬਖਾਨੀ, ਖਾਸਟ ਗੁਰਨ ਟਿਗ ਇਹੋ ਅਵਗਵਾਨੀ। ਤੇ ਗੁਰੂ ਜੀ ਪਾਸੋਂ ਸੁਣ ਕਰਕੇ ਇਹਨਾਂ ਬਚਨਾਂ ਨੂੰ ਅਤੀ ਸਤਿਕਾਰਯੋਗ ਮਹਾਨ ਵਿਦਵਾਨ, ਮਹਾਨ ਫਿਲਾਸਫਰ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਵੀ ਕਹਿਣਾ ਕੀਤਾ ਹੈ, ਸਤਿਗੁਰੂ ਆਪ ਜੀ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ 6 ਗੁਰੂ ਸਾਹਿਬਾਨਾਂ ਪਾਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵੱਡੀ ਸੇਵਾ ਰਹੀ ਹੈ। ਸ਼ੁਭ ਮਤ ਇਨ ਸਮ ਕਿਸ ਕੀ ਕਹੀ ਹੈ, ਨਿਪੁੰਨ ਜਿਤੇਂਦਰੀ ਮਨ ਬਸ ਲਹੀ ਹੈ। ਇਹਨਾਂ ਦੀ ਜੋ ਮਹਾਨ ਮਤ ਹੈ, ਸ਼ੁਭ ਮਤ ਹੈ, ਇਹਨਾਂ ਦੇ ਤੁਲ ਕੋਈ ਹੋਰ ਨਹੀਂ ਹੈ। ਆਪਣੀਆਂ ਇੰਦਰੀਆਂ ਅਤੇ ਮਨ ਨੂੰ ਪੂਰਨ ਤੌਰ ਤੇ ਆਪਣੇ ਕਾਬੂ ਵਿੱਚ ਰੱਖਣ ਵਾਲੇ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਦੇ ਬਚਨ ਸਦਾ ਹੀ ਅਟਲ ਹਨ ਜੀ। ਇਨਕੀ ਮਸਲਤ ਸਭ ਸੁਖਦਾਈ, ਦਿੱਲੀ ਚਲਨ ਮੋਹਿ ਮਨ ਪਾਈ। ਸੋ ਇਹਨਾਂ ਦੀ ਸਲਾਹ ਦੇ ਨਾਲ ਹਰ ਤਰ੍ਹਾਂ ਦਾ ਸਮਾਂ ਸੁਖਦਾਈ ਹੀ ਗੁਜ਼ਰੇਗਾ। ਦਿੱਲੀ ਚੱਲਣਾ ਮੇਰੇ ਮਨ ਨੂੰ ਵੀ ਚੰਗਾ ਲੱਗਾ ਹੈ। ਇਸ ਮਤ ਤੇ ਸੁਖ ਬਾਸ ਆਵਾਸਾ, ਦੁਤੀਏ ਚੰਦੂ ਦੁਸ਼ਟ ਬਿਨਾਸਾ। ਇਸ ਸਲਾਹ ਨਾਲ ਸਾਰੇ ਸੁਖ ਪਸਰਨਗੇ ਔਰ ਦੁਸ਼ਟ ਚੰਦੂ ਦਾ ਵਿਨਾਸ਼ ਹੋਵੇਗਾ ਜੀ। ਤ੍ਰਿਤੀਏ ਸਪਤ ਕਰਹਿਗੇ ਪੂਰੀ, ਮਿਲਨ ਸਾਹੋ ਸੋ ਹੋਵੈ ਬਿਦਰੂਰੀ। 3 ਬਚਨ ਪੂਰੇ ਹੋਣਗੇ, 3 ਗੱਲਾਂ ਪੂਰੀਆਂ ਹੋਣਗੀਆਂ। ਪਹਿਲਾ ਤੇ ਬਾਦਸ਼ਾਹ ਦੇ ਸ਼ੰਕੇ ਮਿਟ ਜਾਣਗੇ। ਦੂਸਰਾ ਦੁਸ਼ਟ ਚੰਦੂ ਦਾ ਵਿਨਾਸ਼ ਹੋਵੇਗਾ। ਔਰ ਤੀਸਰਾ ਜੋ ਸੱਚੇ ਪਾਤਸ਼ਾਹ ਨੇ ਬਚਨ ਕਹੇ ਸਨ ਕਿ ਉਸ ਦੁਸ਼ਟ ਨੂੰ ਉਹਦੀ ਕਰਨੀ ਦਾ ਫਲ ਦੇਵਾਂਗੇ, ਉਹ ਬਚਨ ਪੂਰੇ ਹੋ ਜਾਣਗੇ ਜੀ। ਕਰਤ ਆਨੰਦ ਬਿਲੰਦ ਬਿਲਾਸਾ,
ਆਏ ਸੁਦਾਸਰ ਬਾਸਹਿ ਬਾਸਾ। ਸੋ ਇਸ ਪ੍ਰਕਾਰ ਬਾਦਸ਼ਾਹ ਨੂੰ ਮਿਲਣ ਦੇ ਨਾਲ ਸਭ ਕੁਝ ਆਨੰਦਮਈ ਹੋਵੇਗਾ। ਔਰ ਫਿਰ ਪ੍ਰਸੰਨ ਹੋ ਕੇ ਆ ਕੇ ਗੁਰੂ ਸਾਹਿਬ ਜੀ ਇੱਥੇ ਹੀ ਭਾਵ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਨਿਵਾਸ ਕਰਨਗੇ ਜੀ। ਸ਼੍ਰੀ ਗੰਗਾ ਸੁਨ ਮਨ ਹਰ ਖਾਨੀ, ਇਹ ਸਭ ਬੜਿਆਨ ਕੇ ਸਥਾਨੀ। ਮਾਤਾ ਗੰਗਾ ਜੀ ਵੀ ਪ੍ਰਸੰਨ ਨੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਮਹਾਨਤਾ ਨੂੰ ਉਹ ਵੀ ਜਾਣਦੇ ਨੇ ਕਿ ਇਹ ਜੋ ਸਾਰਿਆਂ ਦੇ ਵਿੱਚ ਵੱਡਿਆਂ ਦੇ ਥਾਂ ਹਨ ਬਾਬਾ ਜੀ, ਇਹਨਾਂ ਦੇ ਬਚਨ ਸਭ ਨੂੰ ਸੁਖ ਦੇਣ ਵਾਲੇ ਹਨ। ਇਨਕੋ ਕਹਿਨ ਕਰਨ ਹੀ ਬਨੇ, ਸ਼ੁਭ ਸਭ ਹੋਏ ਜਥਾ ਬਚਪਨੈ। ਇਹ ਜਿਵੇਂ ਵੀ ਬਚਨ ਕਰਦੇ ਨੇ ਉਹ ਸਾਰਾ ਸ਼ੁਭ ਕਰਮ ਹੁੰਦਾ ਹੈ। ਖਾਮ ਵਜੀਰ ਜਿਮ ਜੁਗਤ ਬਤਾਵੇ, ਮਿਲ ਨ ਸਾਹੋ ਸੋ ਤਿਮ ਬਨ ਆਵੇ। ਸੋ ਵਜੀਰ ਖਾਨ ਨੇ ਜਿਵੇਂ ਜੁਗਤੀ ਦੱਸੀ ਹੈ ਉਸ ਤਰ੍ਹਾਂ ਬਾਦਸ਼ਾਹ ਦੇ ਨਾਲ ਮਿਲਣਾ ਬਣਦਾ ਹੈ। ਅਤੇ ਇਸ ਪ੍ਰਕਾਰ ਨਿਤ ਪ੍ਰਤ ਨਿਕਟ ਕਾਰਨ ਕਰੀਏ ਹੈ, ਦਾਨ ਮਾਨ ਤੇ ਤੂਸਨ ਤਰੀਏ ਹੈ। ਸੋ ਬਾਦਸ਼ਾਹ ਦੇ ਕੋਲ ਰਹਿਣ ਦੇ ਨਾਲ ਸਾਰੇ ਸ਼ੰਕੇ ਵੀ ਮਿਟ ਜਾਣਗੇ ਔਰ ਬਾਦਸ਼ਾਹ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਮਾਨ ਪਾਵੇਗਾ। ਤੁਰਕਨ ਗਨ ਮਹਿ ਅਤਿ ਹਿਤਕਾਰੀ, ਰਾਖੋ ਮੇਲ ਰਹੇ ਅਨੁਸਾਰੀ। ਸਾਰੇ ਤੁਰਕਾਂ ਦੇ ਵਿੱਚ ਵਜ਼ੀਰ ਖਾਂ ਸਾਡਾ ਬੜਾ ਹਿਤੂ ਹੈ। ਗੁਰੂ ਘਰ ਦਾ ਸ਼ਰਧਾਵਾਨ ਸੀ ਵਜ਼ੀਰ ਖਾਂ, ਉਹ ਵੀ ਉੱਥੇ ਹੋਵੇਗਾ। ਸਭ ਕੁਝ ਉਸ ਦੇ ਅਨੁਸਾਰ ਹੋਵੇਗਾ ਜੀ। ਸਕਲ ਸਾਹੋ ਸੋ ਬ੍ਰਿਥਾ ਜਨਾਵੇ, ਆਛੇ ਕਹੇ ਕਹਿ ਤੁਮਹਿ ਮਿਲਾਵੇ। ਤੇ ਇਸ ਤਰ੍ਹਾਂ ਵਜ਼ੀਰ ਖਾਂ ਵੀ ਬਾਦਸ਼ਾਹ ਨੂੰ ਸਾਰੀ ਗੱਲ ਦੱਸੇਗਾ। ਗੁਰੂ ਸਾਹਿਬ ਜੀ ਦੁਸ਼ਟ ਚੰਦੂ ਦੀਆਂ ਕਰਤੂਤਾਂ ਉਸ ਨੂੰ ਦੱਸਣਗੇ। ਸਭ ਦਾ ਜੋ ਦੁਸ਼ਟ ਚੰਦੂ ਦਾ ਪਾਜ ਉਗੜ ਜਾਵੇਗਾ ਔਰ ਸਭ ਕੁਝ ਵਜ਼ੀਰ ਖਾਂ ਦੇ ਹਿੱਤ ਵਿੱਚ ਜਿਵੇਂ ਉਹ ਚਾਹੁੰਦਾ ਹੈ, ਕਿਉਂਕਿ ਉਹ ਭਲਾ ਉਦਮ ਕਰਦਾ ਹੈ, ਗੁਰੂ ਘਰ ਦਾ ਸ਼ਰਧਾਲੂ ਹੈ, ਇਸ ਲਈ ਸਭ ਠੀਕ ਹੋਵੇਗਾ ਜੀ। ਇਮ ਮਸਲਤ ਕਰ ਸ਼੍ਰੀ ਗੁਰ ਤਬੈ, ਉਠੇ ਗਏ ਨਿਜ ਨਿਜ ਥਲ ਸਬੈ। ਇਸ ਤਰ੍ਹਾਂ ਸਲਾਹ ਕਰਨ ਤੋਂ ਬਾਅਦ ਕਹਿੰਦੇ ਨੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਹ ਫਿਰ ਉਸ ਸਭਾ ਚੋਂ ਉੱਠ ਪਏ ਨੇ। ਹੋਰ ਵੀ ਸਾਰੇ ਜਿੰਨੇ ਸਭਾ ਵਿੱਚ ਬੈਠੇ ਗੁਰਮੁਖ ਉੱਠੇ ਨੇ ਅਤੇ ਆਪੋ ਆਪਣੇ ਅਸਥਾਨਾਂ ਨੂੰ ਚਲੇ ਗਏ ਹਨ ਜੀ। ਸੁਪਤ ਜਥਾ ਸੁਖ ਨਿਸਾ ਬਤਾਈ, ਜਾਗੇ ਜਬ ਪ੍ਰਭਾਤ ਹੋਏ ਆਈ। ਰਾਤ ਬਤੀਤ ਕਰਨ ਤੋਂ ਬਾਅਦ ਸਵੇਰ ਦੇ ਸਮੇਂ ਫਿਰ ਸਾਰੇ ਜਾਗ ਪਏ ਹਨ ਜੀ। ਹੁਕਮ ਸੁਨਤ ਨਰ ਤੂਰਨ ਗਇਓ, ਡੇਰੇ ਜਾਏ ਨਿਹਾਰਤ ਭਇਓ। ਅੰਮ੍ਰਿਤ ਵੇਲਾ ਹੋਇਆ ਹੈ। ਇਸ਼ਨਾਨ ਪਾਨ ਕਰਨ ਤੋਂ ਬਾਅਦ ਸਾਰੇ ਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ ਨੇ। ਸਤਿਗੁਰੂ ਮਹਾਰਾਜ ਜੀਆਂ ਨੇ ਇੱਕ ਸੇਵਕ ਨੂੰ ਭੇਜ ਕੇ ਵਜ਼ੀਰ ਖਾਂ ਨੂੰ ਬੁਲਾਇਆ ਹੈ ਤੇ ਇਸ ਪ੍ਰਕਾਰ ਉਹ ਸੇਵਕ ਵਜ਼ੀਰ ਖਾਂ ਵੱਲ ਗਿਆ ਹੈ। ਸਤਿਗੁਰ ਕਰਿਓ ਜਾਤ ਤੁਜ ਤਾਈ, ਗਮਨੁ ਬੈਠੇ ਸਭਾ ਲਗਾਈ। ਤੇ ਉਹਨੇ ਜਾ ਕੇ ਕਹਿਣਾ ਕੀਤਾ ਹੈ ਵਜ਼ੀਰ ਖਾਂ ਨੂੰ, ਭਾਈ ਤੁਹਾਨੂੰ ਗੁਰੂ ਮਹਾਰਾਜ ਜੀਆਂ ਨੇ ਸਭਾ ਵਿੱਚ ਬੁਲਾਇਆ ਹੈ। ਸੱਚੇ ਪਾਤਸ਼ਾਹ ਜੀਆਂ ਨੇ ਤੁਹਾਨੂੰ ਬੁਲਾਉਣ ਲਈ ਮੈਨੂੰ ਭੇਜਿਆ ਹੈ। ਕਰ ਉਰ ਹਰਖ ਪਹਿਰ ਪਟਿਆਛੇ, ਚਲ ਆਇਓ ਤਿਮ ਨਰ ਕੇ ਪਾਛੇ। ਤੇ ਉਸ ਮਨੁੱਖ ਦੇ ਉਸ ਗੁਰਸਿੱਖ ਦੇ ਪਿੱਛੇ ਪਿੱਛੇ ਕਹਿੰਦੇ ਨੇ ਆਪਣੇ ਵਸਤਰ ਪਹਿਨ ਕਰਕੇ ਇਸ਼ਨਾਨ ਪਾਨ ਕਰਕੇ ਤਿਆਰ ਹੋ ਕੇ ਵਜ਼ੀਰ ਖਾਂ ਸਤਿਗੁਰੂ ਜੀ ਦੇ ਹਜ਼ੂਰ ਪਹੁੰਚਿਆ ਹੈ ਜੀ। ਕਿੰਚ ਬੇਗ ਲੀਨੋ ਨਿਜ ਸਾਥ, ਦਰਸ਼ੇ ਜਾਏ ਸਤਿਗੁਰੂ ਨਾਥ। ਆਪਣੇ ਨਾਲ ਵਜ਼ੀਰ ਖਾਂ ਨੇ ਕਿੰਚ ਬੇਗ ਨੂੰ ਲੈ ਲਿਆ ਏ।
ਇਹਨਾਂ ਨੇ ਜਾ ਕੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦਰਸ਼ਨ ਕੀਤੇ ਹਨ। ਬੰਦੇ ਹਾਥ ਬੰਦਗੀ ਕੀਨ, ਗੁਰ ਕੇ ਕਹੇ ਗਇਓ ਆਸੀਨ। ਸੋ ਇਸ ਪ੍ਰਕਾਰ ਕਹਿੰਦੇ ਨੇ ਗੁਰੂ ਪਾਤਸ਼ਾਹ ਜੀਆਂ ਨੂੰ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ, ਬੰਦਨਾ ਕੀਤੀ ਹੈ ਤੇ ਗੁਰੂ ਜੀ ਦੇ ਹੁਕਮ ਅਨੁਸਾਰ ਇਹਨਾਂ ਦੋਹਾਂ ਨੇ ਵਜ਼ੀਰ ਖਾਂ ਔਰ ਕਿੰਚ ਬੇਗ ਨੇ ਆਸਨ ਗ੍ਰਹਿਣ ਕੀਤਾ ਹੈ। श्री अर्जन को सिमरत रहियो, कर कर प्रेम सो जस कहो कहियो। सो इस तरह श्री गुरु अर्जन देव जी महाराज ਉਹਨਾਂ ਨੂੰ ਯਾਦ ਕਰਨ ਵਾਲਾ ਵਜ਼ੀਰ ਖਾਂ, ਉਹਨਾਂ ਦੀ ਸ਼ਹੀਦੀ ਤੇ ਸੱਚ ਨੂੰ ਜਾਣਨ ਵਾਲਾ ਜਹਾਂਗੀਰ, ਇਹ ਸਾਰੀਆਂ ਵਿਚਾਰਾਂ ਸਨਮੁਖ ਰੱਖਦੇ ਹੋਏ ਇਸ ਪ੍ਰਕਾਰ ਗੁਰੂ ਪਾਤਸ਼ਾਹ ਜੀ ਦਾ ਹੁਕਮ ਜਾਣਨਾ ਚਾਹਿਆ ਹੈ। ਸੁਨੀ ਕੁਟਲਤਾ ਚੰਦੂ ਕੇਰੀ, ਹਿਰਦੇ ਬਸੂਰਤ ਭਾ ਉਰ ਬੇਰੀ। ਤੇ ਨਾਲ ਹੀ ਕਹਿਣਾ ਵੀ ਕੀਤਾ ਹੈ ਕਿ ਬਾਦਸ਼ਾਹ ਨੇ ਜਦੋਂ ਦਾ ਚੰਦੂ ਦੀ ਕੁਟਲਤਾ ਨੂੰ ਸੁਣਿਆ ਹੈ, ਉਹ ਵੀ ਬਾਰ-ਬਾਰ ਮਨ ਵਿੱਚ ਝੂਰਦਾ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਲਈ। ਸੋ ਇਸ ਤਰ੍ਹਾਂ ਫਿਰ ਉਹ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ ਹਨ, ਤੁਮ ਤੇ ਸਨਹਿ ਬ੍ਰਿਤਾਂਤ ਜੋ ਸਾਚਾ, ਸਿਰ ਤੇ ਚਾਹਿਸ ਫਰਜ਼ ਉਤਾਰਾ। ਸੋ ਤੁਹਾਡੇ ਪਾਸੋਂ ਸਾਰਾ ਸੱਚਾ ਬਿਰਤਾਂਤ ਜਦ ਬਾਦਸ਼ਾਹ ਸੁਣੇਗਾ, ਆਪਣੇ ਸਿਰ ਤੋਂ ਉਹ ਇੱਕ ਬਹੁਤ ਵੱਡਾ ਭਾਰ ਉਤਾਰ ਦੇਵੇਗਾ। 2-3 ਵਾਰ ਇਸ ਤਰ੍ਹਾਂ ਦੇ ਬਚਨ ਆਏ ਨੇ ਜਿਹੜੇ ਇਸ਼ਾਰਾ ਕਰਦੇ ਨੇ ਕਿ ਹੋ ਸਕਦਾ ਹੈ ਵਜ਼ੀਰ ਖਾਂ ਔਰ ਬਾਦਸ਼ਾਹ ਜਹਾਂਗੀਰ ਦੀ ਪਹਿਲੇ ਵੀ ਇਹ ਵਿਚਾਰ ਹੋਈ ਹੋਵੇ ਗੁਰੂ ਸਾਹਿਬ ਕੋਲੇ ਇਹਨਾਂ ਨੂੰ ਭੇਜਣ ਤੋਂ ਪਹਿਲਾਂ, ਕਿ ਜੇ ਚੰਦੂ ਦੇ ਸਾਰੇ ਦੋਸ਼ ਆਇਦ ਹੋ ਗਏ ਤੇ ਚੰਦੂ ਨੂੰ ਗੁਰੂ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਹ ਪਹਿਲੇ ਵਿਚਾਰ ਹੋ ਸਕਦੀ ਹੈ। ਸੋ ਇਹ ਸਾਰੀਆਂ ਵਿਚਾਰਾਂ ਹਿੱਤ ਵਿੱਚ ਰੱਖਦੇ ਹੋਏ ਵਜ਼ੀਰ ਖਾਂ ਕਹਿਣ ਲੱਗਾ ਹੈ ਵੀ ਬਾਦਸ਼ਾਹ ਆਪਣਾ ਭਾਰ ਉਤਾਰਨਾ ਚਾਹੁੰਦਾ ਹੈ, ਪਛਤਾਵਾ ਵੀ ਹੈ ਉਹਨੂੰ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਦਾ। श्री नानक गादी बढ़ जाने हैं, सदा अदायब राख बखान है। सो इस तरह श्री गुरु नानक देव जी ਦੇ ਘਰ ਦੀ ਗੱਦੀ ਅਤੇ ਮਹਾਨਤਾ ਬੜੀ ਵੱਡੀ ਹੈ। ਸਦਾ ਹੀ ਆਦਰ ਸਹਿਤ ਜਿਹੜੇ ਪਹਿਲੇ ਰਾਜੇ ਮਹਾਰਾਜੇ ਹੋਏ ਨੇ, ਜਿਵੇਂ ਬਾਬਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਭੌਰਾ ਹੋ ਗਿਆ ਸੀ। ਬੇਸ਼ੱਕ ਜਦ ਤੱਕ ਉਹ ਸਤਿਗੁਰੂ ਦੀ ਮਹਾਨਤਾ ਨੂੰ ਨਹੀਂ ਸੀ ਜਾਣਦਾ, ਉਹ ਗੁਰੂ ਮਹਾਰਾਜ ਜੀਆਂ ਦਾ ਬਰਖਲਾਫੀ ਵੀ ਰਿਹਾ ਹੈ। ਅਗਾਂਹ ਚੱਲ ਕੇ ਅਕਬਰ ਵੀ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਸਮੇਂ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਛਕਣ ਪਹੁੰਚਿਆ ਸੀ। ਫਿਰ ਉਹਨੇ ਮਹਾਰਾਜ ਜੀ ਦੇ ਦੀਦਾਰ ਕੀਤੇ। ਸੋ ਇਹ ਰਾਜੇ ਤੇ ਗੁਰੂ ਘਰ ਦੇ ਸਦਾ ਹੀ ਮੁਰੀਦ ਰਹੇ ਨੇ। ਇਹ ਰਾਜਿਆਂ ਦਾ ਸੁਭਾਅ ਹੈ ਕਿ ਉਹ ਗੁਰੂ ਘਰ ਦੇ ਨਾਲ ਪ੍ਰੇਮ ਰੱਖਦੇ ਰਹੇ ਨੇ। ਹੁਣ ਆ ਕੇ ਜੇ ਐਡੀ ਵੱਡੀ ਘਟਨਾ ਘਟੀ ਹੈ ਤੇ ਵਜ਼ੀਰ ਖਾਂ ਕਹਿਣ ਲੱਗਾ ਹੈ ਕਿ ਇਹ ਸਾਰਾ ਕੁਝ ਕਹਿ ਬਹੁ ਬਾਰ ਦੋਸ਼ ਗਨ ਚਾਰੀ, ਚੁਗਲ ਸ਼ਾਹੋ ਕੀ ਸੁਮਤ ਬਿਗਾਰੀ। ਇਹ ਚੰਦੂ ਦੇ ਵਾਰ-ਵਾਰ ਚੁਗਲੀਆਂ ਦੋਸ਼ ਲਾਉਣ ਨਾਲ ਹੋਇਆ। ਇਹਦੀਆਂ ਚੁਗਲੀਆਂ ਨੇ, ਇਹਦੇ ਝੂਠਾਂ ਨੇ, ਇਹਦੀ ਈਰਖਾ ਨੇ ਬਾਦਸ਼ਾਹ ਦੀ ਵੀ ਮੱਤ ਵਿਗਾੜ ਦਿੱਤੀ। ਦੋਸ਼ੀ ਬਾਦਸ਼ਾਹ ਵੀ ਹੈ ਜਿਹੜਾ ਕੰਨਾਂ ਦਾ ਕੱਚਾ ਹੋ ਗਿਆ। ਸੋ ਵਜ਼ੀਰ ਖਾਂ ਕਹਿਣ ਲੱਗਾ ਇਹ ਸਾਰਾ ਕੁਝ ਇੰਜ ਹੋਇਆ ਹੈ ਜੀ। अब कीजह चलबे की तैयारी, हम हर कह जब लिहो रिप मारी। हुण आप जी चलन दी तैयारी करो, असी बहुत प्रसन्न होवांगे जद आप दी दुश्मन नू लैके मारोगे जी। सतगुर घर को तू सुख है, अपर दुष्ट चंदू हित चह। सो इस प्रकार
ਕਹਿੰਦੇ ਨੇ ਸਾਰੇ ਬਚਨ ਸੁਣਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਵਜ਼ੀਰ ਖਾਨ ਨੂੰ ਇਹ ਬਚਨ ਕਹੇ ਨੇ। ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਸਤਿਗੁਰੂ ਦੇ ਘਰ ਦੇ ਸਿੱਖ ਹੋ, ਹੋਰ ਦੁਸ਼ਟ ਚੰਦੂ ਦਾ ਹਿੱਤ ਚਾਹੁੰਦੇ ਨੇ। ਬਹੁਤੇ ਦਰਬਾਰੀ ਤੇ ਚੰਦੂ ਦੇ ਹਿੱਤ ਵਿੱਚ ਨੇ, ਪਰ ਤੁਸੀਂ ਗੁਰੂ ਘਰ ਦੇ ਹਿੱਤ ਵਿੱਚ ਹੋ। ਗੰਤੁਰ ਕਨ ਬਨ ਬੰਸ ਬਿਸਾਲੂ, ਤੋ ਸਮ ਸਫਲਿਓ ਕੋਏ ਰਸਾਲੂ। ਸੋ ਇਸ ਪ੍ਰਕਾਰ ਤੁਰਕਾਂ ਦਾ ਸਮੂਹ ਵੱਡੇ ਵਾਂਸਾਂ ਦਾ ਜੰਗਲ ਹੈ। ਭਾਵ ਬਾਂਸ ਦਾ ਬਹੁਤਾ ਕਿਸੇ ਨੂੰ ਜੰਗਲ ਵਿੱਚ ਲਾਭ ਨਹੀਂ ਹੁੰਦਾ, ਕਿਸੇ ਮਨੁੱਖ, ਪਸ਼ੂ, ਪੰਛੀ ਇਤਿਆਦਿਕ ਨੂੰ। ਉਹ ਜਿੰਨੇ ਵੀ ਤੁਰਕ ਨੇ ਉਹਨਾਂ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੈ। ਜਿਹਦੇ ਵਿੱਚ ਦਇਆ ਨਹੀਂ ਹੈ, ਜਿਹਦੇ ਵਿੱਚ ਈਰਖਾ, ਵੈਰ, ਵਿਰੋਧ ਹੋਵੇ, ਉਹਦੇ ਤੋਂ ਦੂਸਰਿਆਂ ਦਾ ਬੁਰਾ ਤੇ ਹੋ ਸਕਦਾ ਹੈ, ਭਲਾ ਨਹੀਂ ਹੋ ਸਕਦਾ। ਸੋ ਮਹਾਰਾਜ ਜੀ ਕਹਿਣ ਲੱਗੇ, ਵਜ਼ੀਰ ਖਾਂ ਤੁਹਾਡਾ ਆਉਣਾ ਨਿਸਫਲ ਨਹੀਂ ਹੈ। ਤੁਹਾਡੀ ਭਾਵਨਾ ਵਿੱਚ ਸ਼ਰਧਾ ਹੈ, ਤੁਹਾਡੀ ਭਾਵਨਾ ਵਿੱਚ ਪਿਆਰ ਹੈ। ਤੋ ਮਹਾਰਾਜ ਜੀ ਕਹਿਣ ਲੱਗੇ, ਬਾਕੀ ਤੇ ਸਭ ਈਰਖਾ ਦੇ ਔਰ ਵੈਰ ਦੇ ਨਾਲ ਭਰੇ ਹੋਏ ਹਨ। ਸੁਨਤ ਬੰਦਗੀ ਕਰ ਹਰਖਾਇਓ, ਸਤਿਗੁਰ ਧਨ ਮੋਹਿ ਅਪਨਾਇਓ। ਇਹ ਸੁਣ ਕੇ ਕਹਿੰਦੇ ਨੇ ਵਜ਼ੀਰ ਖਾਂ ਬੰਦਨਾ ਕਰਕੇ ਗੁਰੂ ਸਾਹਿਬ ਜੀ ਨੂੰ ਬੜਾ ਪ੍ਰਸੰਨ ਹੋਇਆ। ਹੁਣ ਇੱਥੇ ਵਜ਼ੀਰ ਖਾਂ ਦੱਸਣ ਲੱਗਾ ਹੈ ਵੀ ਮੈਂ ਗੁਰੂ ਘਰ ਦਾ ਸੇਵਕ ਕਿਵੇਂ ਬਣਿਆ। ਤੁਹਾਡੇ ਵਿੱਚ ਬਹੁਤ ਸੰਗਤਾਂ ਬੈਠੀਆਂ ਨੇ ਜਿਹੜੇ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਨੇ। ਸ੍ਰੀ ਸੁਖਮਨੀ ਸਾਹਿਬ ਜੀ ਦੀ ਮਹਾਨਤਾ ਕੀ ਹੈ, ਬੜੇ ਪਿਆਰ ਦੇ ਨਾਲ ਸ਼ਰਵਨ ਕਰਿਓ ਜੀ। ਕਹਿੰਦੇ ਨੇ ਵਜ਼ੀਰ ਖਾਂ ਸਤਿਗੁਰੂ ਮਹਾਰਾਜ ਜੀਆਂ ਨੂੰ ਆਪਣੇ ਗੁਰੂ ਘਰ ਦੇ ਨਾਲ ਪ੍ਰੇਮ ਕਿਵੇਂ ਬਣਿਆ ਉਸ ਪ੍ਰਤੀ ਦੱਸਣ ਲੱਗਾ ਹੈ ਜੀ। ਰੋਗ ਜਲੰਧਰ ਉਦਰ ਬਿਸਾਲਾ, ਪੀੜਾ ਦੇਤ ਮਹਾ ਸਭ ਕਾਲਾ। ਤੇ ਵਜ਼ੀਰ ਖਾਂ ਕਹਿਣ ਲੱਗਾ, ਸਤਿਗੁਰੂ ਜੀ ਧੰਨ ਨੇ ਜਿਨ੍ਹਾਂ ਨੇ ਮੈਨੂੰ ਬਚਾ ਲਿਆ। ਮੇਰੇ ਕੋਲ ਕੋਈ ਲਫ਼ਜ਼ ਨਹੀਂ ਕਿ ਮੈਂ ਗੁਰੂ ਘਰ ਦੀ ਵਡਿਆਈ ਕਿਵੇਂ ਕਰਾਂ। ਕਹਿੰਦੇ ਨੇ ਵਜ਼ੀਰ ਖਾਂ ਦੱਸਦਾ ਵੀ ਮੇਰੇ ਪੇਟ ਵਿੱਚ ਜਲੋਤਰ ਦਾ ਵੱਡਾ ਰੋਗ ਸੀ, ਔਰ ਇਹ ਰੋਗ ਜਦੋਂ ਹੁੰਦਾ ਹੈ ਤੇ ਹਰ ਸਮੇਂ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਹੈ। ਅਸਹਿ ਦਰਦ, ਸਹਿ ਨਹੀਂ ਜਾਂਦਾ ਉਹ ਦਰਦ ਜਦ ਉੱਠਦਾ ਹੈ। ਤੇ ਬਹੁਤਾ ਇਹ ਰੋਗ ਅਸਾਧ ਹੁੰਦਾ ਹੈ, ਛੇਤੀ ਇਹ ਸਾਧਿਆ ਨਹੀਂ ਜਾਂਦਾ, ਲਾ ਇਲਾਜ ਰੋਗ ਦੀ ਤਰ੍ਹਾਂ ਹੁੰਦਾ ਹੈ, ਪੱਕੇ ਰੋਗ ਵਾਂਗ। ਜਿਵੇਂ ਜਿਉਂ ਪੱਕਾ ਰੋਗੀ ਵਿਲਲਾਏ, ਕੋੜ ਦਾ ਜਿਵੇਂ ਇਹ ਪੱਕਾ ਰੋਗ ਹੁੰਦਾ ਹੈ। ਬਹੁਤੇ ਰੋਗ ਹੁਣ ਤੇ ਜਿਹੜੇ ਪੱਕੇ ਰੋਗ ਬਣ ਗਏ, ਕੈਂਸਰ, ਕੋੜ ਇਤਿਆਦਿਕ, ਆਪਾਂ ਨਾਮ ਲੈਣ ਤੋਂ ਵੀ ਡਰਦੇ ਆਂ, ਪਰ ਇਹ ਰੋਗ ਹੋ ਜਾਣ ਫਿਰ ਛੇਤੀ ਸਾਧੇ ਨਹੀਂ ਜਾਂਦੇ, ਅਸਾਧ ਰੋਗ ਹੁੰਦੇ ਨੇ। ਪੱਕੇ ਰੋਗ ਇਹਨਾਂ ਦਾ ਛੇਤੀ ਇਲਾਜ ਨਹੀਂ ਹੁੰਦਾ। ਇਦਾਂ ਦਾ ਜਲੋਦਰ ਦਾ ਰੋਗ। ਪੇਟ ਮੇਰਾ ਦਰਦ ਕਰਦਾ ਰਹਿੰਦਾ ਸੀ ਜੀ। ਜਬ ਮਮਕਾਨ ਪਰੀ ਤੁਨ ਆਨ, ਪੀਰਾ ਭਈ ਉਦਰ ਕੀ ਹਾਨ। ਤੇ ਕੀ ਹੋਇਆ, ਪਰਿਓ ਸਦਨ ਬਿਲ ਲਾਵਤ ਰਹੂੰ, ਹੋਤ ਬਿਖਾਦ ਸਕਲ ਹੀ ਸਹੂੰ। ਮੈਂ ਘਰ ਵਿੱਚ ਪਿਆ ਵਿਲਕਦਾ ਰਹਿੰਦਾ ਸੀ, ਸਾਰੇ ਰੋਗ ਨੂੰ ਬਰਦਾਸ਼ਤ ਕਰਦਾ ਸੀ। ਨਿਕਟ ਗਰੀ ਮਹਿ ਸਿੱਖ ਇੱਕ ਜਾਵਤ, ਪਾਠ ਸੁਖਮਨੀ ਮੁਖੋਂ ਅਲਾਵਤ। ਤੇ ਨੇੜੇ ਗਲੀ ਦੇ ਵਿੱਚ ਇੱਕ ਦਿਨ ਇੱਕ ਸਿੱਖ ਜਾ ਰਿਹਾ ਸੀ, ਜਿਹੜਾ ਬੜੇ ਪਿਆਰ ਦੇ ਨਾਲ ਮੁਖ ਚੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਦਾ ਜਾ ਰਿਹਾ ਸੀ ਜੀ। ਜਬ ਮਮਕਾਨ ਪਰੀ ਤੁਨ ਆਨ, ਪੀਰਾ ਭਈ ਉਦਰ ਕੀ ਹਾਨ। ਤੇ ਜਦੋਂ ਮੇਰੇ ਕੰਨਾਂ ਵਿੱਚ ਉਸ ਪਵਿੱਤਰ ਬਾਣੀ ਦੀ ਧੁਨੀ ਮੇਰੇ ਕੰਨਾਂ ਵਿੱਚ ਪਈ ਤਾਂ ਮੇਰੇ ਪੇਟ ਦੀ ਪੀੜ ਦੂਰ ਹੋ ਗਈ। ਵਜ਼ੀਰ ਖਾਂ ਸਾਰਾ ਦੱਸ ਰਿਹਾ ਵੀ ਮੈਂ ਗੁਰੂ ਘਰ ਦਾ ਸ਼ਰਧਾਵਾਨ ਕਿੱਥੋਂ ਬਣਿਆ। ਉਹ ਸਿੱਖ ਗਲੀ ਚੋਂ ਲੰਘਿਆ, ਮੈਂ ਘਰੇ ਪਿਆ ਪੀੜ ਨਾਲ ਵਿਲਕ ਰਿਹਾ ਸੀ। ਉਹ ਸੁਖਮਨੀ ਸਾਹਿਬ ਕਰਦਾ ਹੋਇਆ ਜਾ ਰਿਹਾ ਸੀ, ਮੇਰੇ ਕੰਨਾਂ ਵਿੱਚ ਦੋ ਬੋਲ ਪਏ ਤੇ ਕਹਿੰਦਾ ਉਦੋਂ ਮੇਰੀ ਪੀੜਾ ਰੁਕ ਗਈ ਜੀ। ਸਿੱਖ ਸਨਾਨ ਹਿਤ ਗਇਓ ਅਗਾਰੀ,
ਹੋਣ ਲੱਗੀ ਬਾਦਾ ਪੁਨ ਭਾਰੀ। ਤੇ ਉਹ ਬਾਣੀ ਪੜਦਾ ਪੜਦਿਆਂ ਉਹ ਸਿੱਖ ਅੱਗੇ ਲੰਘ ਗਿਆ। ਜਦ ਉਹ ਮੇਰੇ ਤੋਂ ਦੂਰ ਹੋ ਗਿਆ, ਉਹਦੇ ਬੋਲ ਮੇਰੇ ਕੰਨਾਂ ਚੋਂ ਸੁਣਨੇ ਬੰਦ ਹੋ ਗਏ। ਉਸ ਵੇਲੇ ਫਿਰ ਮੈਨੂੰ ਭਾਰੀ ਪੀੜ ਹੋਣ ਲੱਗੀ ਐ। ਕਿਤ ਕਬੀਰ ਮਹਿ ਸੁਖ ਪੁਨ ਆਇਓ, ਪਾਠ ਸੁਖਮਨੀ ਮੈਂ ਸੁਨ ਪਾਇਓ। ਕੁਝ ਦੇਰ ਬਾਅਦ ਉਹ ਸਿੱਖ ਫਿਰ ਵਾਪਸ ਆਇਆ। ਉਹ ਫਿਰ ਬਾਣੀ ਪੜਦਾ ਹੋਇਆ ਸ੍ਰੀ ਸੁਖਮਨੀ ਸਾਹਿਬ ਕਰਦਾ ਆ ਰਿਹਾ ਸੀ। ਸਿੱਖ ਨੂੰ ਗੁਰਬਾਣੀ ਕੰਠ। ਜਦ ਉਹ ਫੇਰ ਬਾਣੀ ਪੜਦਾ ਹੋਇਆ ਵਾਪਸ ਆਇਆ, ਮੈਂ ਫਿਰ ਪਾਠ ਸੁਣਿਆ। ਜਦ ਮੈਂ ਫਿਰ ਸੁਣਿਆ, ਬਹੁਰ ਭਇਓ ਸੁਖ ਹਿਰਦੈ ਵਿਚਾਰਾ, ਇਸ ਤੇ ਮਿਟਤ ਕਸ਼ਟ ਮਮ ਭਾਰਾ। ਫਿਰ ਮੇਰੇ ਹਿਰਦੇ ਵਿੱਚ ਸੁਖ ਅਨੁਭਵ ਹੋਇਆ, ਇਸ ਨਾਲ ਮੇਰਾ ਭਾਰੀ ਕਸ਼ਟ ਮਿਟ ਗਿਆ ਜੀ। ਇਤਨੇ ਹੈ ਮੈਂ ਸਿੱਖ ਜਬ ਚਲ ਗਇਓ, ਤੁਨ ਕੋ ਸੁਨਤ ਨਾ ਮੈਂ ਪੁਨ ਭਇਓ। ਇੰਨੇ ਵਿੱਚ ਸਿੱਖ ਫਿਰ ਅੱਗੇ ਲੰਘ ਗਿਆ। ਜਦ ਸਿੱਖ ਫਿਰ ਅੱਗੇ ਲੰਘ ਗਿਆ, ਫਿਰ ਮੈਂ ਪਾਠ ਦੀ ਧੁਨੀ ਨੂੰ ਦੁਬਾਰਾ ਨਾ ਸੁਣ ਸਕਿਆ ਜੀ। ਬਾਦਾ ਅਦਕ ਬਦੀ ਤਬ ਮੇਰੇ, ਜਾਨੀ ਮਹਿਮਾ ਮਨ ਤਿਸ ਬੇਰੇ। ਫਿਰ ਮੇਰੇ ਪੇਟ ਵਿੱਚ ਉਦਾਂ ਹੀ ਦਰਦ ਉੱਠ ਪਿਆ। ਵਜ਼ੀਰ ਖਾਂ ਕਹਿੰਦਾ, ਉਸ ਵੇਲੇ ਮੈਂ ਇਹ ਗੱਲ ਸਮਝ ਗਿਆ, ਇਹ ਜਿਹੜਾ ਕਲਾਮ ਪੜ੍ਹਦਾ ਜਾ ਰਿਹਾ ਹੈ ਨਾ ਸਿੱਖ, ਭਾਵ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦਾ ਜਾ ਰਿਹਾ ਹੈ, ਇਹਦੇ ਨਾਲ, ਇਹਨੂੰ ਸੁਣਨ ਦੇ ਨਾਲ ਮੇਰੀ ਪੀੜ ਹਰਦੀ ਹੈ, ਮੇਰਾ ਦੁੱਖ ਦੂਰ ਹੁੰਦਾ ਹੈ। ਸਵਾਓ ਜੀ, ਸਮਾਪਤੀ ਦਾ ਸਮਾਂ ਹੋ ਚੁੱਕਾ ਹੈ। ਇਸ ਤੋਂ ਅੱਗੇ ਆਪਾਂ ਕੱਲ ਨੂੰ ਸਰਵਨ ਕਰਾਂਗੇ। ਸ੍ਰੀ ਸੁਖਮਨੀ ਸਾਹਿਬ ਜੀ ਦੀ ਵੱਡੀ ਮਹਾਨਤਾ ਹੈ, ਗੁਰੂ ਅਰਜਨ ਦੇਵ ਜੀ ਦੀ ਵੱਡੀ ਰਹਿਮਤ ਹੈ। ਲੋਕਾਂ ਨੂੰ ਇੱਕ ਅੱਧਾ ਸੁੱਖ ਨਸੀਬ ਹੋ ਜਾਵੇ, ਇਹਨੂੰ ਵੱਡਾ ਕਰਮ ਮੰਨਿਆ ਜਾਂਦਾ ਹੈ। ਸਾਨੂੰ ਤੇ ਮਹਾਰਾਜ ਨੇ ਪੂਰੀ ਸੁੱਖਾਂ ਦੀ ਮਣੀ ਦੇ ਦਿੱਤੀ ਹੈ। ਭੁੱਲਾਂ ਚੁੱਕਾਂ ਦੀ ਸ਼ਮਾ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।